ਦੋਸਤੋ ਜੈ ਹਿੰਦ। ਅੱਜ ਮੈਂ ਤੁਹਾਡੇ ਲਈ ਤੁਹਾਡਾ ਆਪਣਾ ਵਿਨੋਦ ਫਕੀਰਾ ਕਹਾਣੀ ਲੈ ਕੇ ਆਇਆ। ਹਵੇਲੀ ਵਿੱਚ ਰਹਿਣ ਲਈ ਮਜਬੂਰ। ਮੈਂ ਇਸ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਇਸ ਚੈਨਲ ਨੂੰ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲੈਣ, ਤਾਂ ਜੋ ਸਾਡੀ ਇਹ ਵੀਡੀਓ ਪੂਰੀ ਦੇਖਣ ਔਰ ਜੋ ਨਵੀਆਂ ਵੀਡੀਓ ਆਉਣਗੀਆਂ ਉਹਨਾਂ ਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਦੇਖ ਸਕੋਗੇ। ਔਰ ਇਸ ਦੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ। ਔਰ ਜੋ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕਮੈਂਟਸ ਕਰਨੇ ਚਾਹੁੰਦੇ ਹੋ ਤੇ ਸਾਡੇ ਕਮੈਂਟਸ ਬਾਕਸ ਵਿੱਚ ਜਾ ਕੇ ਜ਼ਰੂਰ ਕਰ ਸਕਦੇ ਹੋ। ਲਓ ਕਹਾਣੀ ਸ਼ੁਰੂ ਕਰਦੇ ਹਾਂ। ਹਵੇਲੀ ਵਿੱਚ ਰਹਿਣ ਲਈ ਮਜਬੂਰ। ਨਛੱਤਰ ਸਿੰਘ ਜਦ ਫੌਜ ਵਿੱਚ ਭਰਤੀ ਹੋਇਆ ਤਾਂ ਮਾਂ-ਬਾਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਭਾਈ ਭੈਣ ਤਾਂ ਬਹੁਤ ਹੀ ਖੁਸ਼ ਸਨ। ਕਹਿੰਦੇ ਸਨ ਕਿ ਅਸੀਂ ਹੁਣ ਫੌਜੀ ਭਰਾ ਦੇ ਵੀਰ ਖਵਾਵਾਂਗੇ। ਨਛੱਤਰ ਦੇ ਚਿਹਰੇ ਦੀ ਮੁਸਕਰਾਹਟ ਕਿਤੇ ਸਾਂਭੀ ਨਹੀਂ ਜਾਂਦੀ ਸੀ ਤੇ ਉਸ ਦੀ ਮਾਤਾ ਨਿੰਦੋ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਜਦ ਨਛੱਤਰ ਆਪਣੀ ਨੌਕਰੀ ਤੇ ਚਲੇ ਗਿਆ ਔਰ ਪਹਿਲੇ ਮਹੀਨੇ ਦੀ ਤਨਖਾਹ ਆਪਣੇ ਮਾਂ-ਬਾਪ ਨੂੰ ਭੇਜੀ ਤਾਂ ਉਹਨਾਂ ਨੇ ਆਪਣੀਆਂ ਸਾਰੀਆਂ ਹੀ ਸੁੱਖਾਂ ਜੋ ਸੁੱਖੀਆਂ ਸਨ ਉਸ ਦੀ ਨੌਕਰੀ ਲਈ ਪੂਰੀਆਂ ਕੀਤੀਆਂ। ਜਠੇਰਿਆਂ ਦੇ ਵੀ ਜਾ ਆਏ। ਦਿਨੋਂ ਦਿਨ ਘਰ ਦੇ ਹਾਲਤ ਬਿਹਤਰ ਹੁੰਦੇ ਗਏ। ਸਾਰਿਆਂ ਨੇ ਸਲਾਹ ਕੀਤੀ ਕਿ ਛੋਟੀ ਲੜਕੀ ਦਾ ਵਿਆਹ ਕਰ ਦਿੱਤਾ ਜਾਵੇ। ਫੌਜੀ ਵੀ ਛੁੱਟੀ ਤੇ ਆਇਆ ਸੀ ਤੇ ਲక్ష్ਮੀ ਦੇ ਵਿਆਹ ਦੀ ਤਿਆਰੀ ਕਰਨ ਲੱਗੇ। ਉਸ ਦੇ ਆਉਣ ਨਾਲ ਵਿਆਹ ਦੀ ਵਿੱਚ ਚਾਰ ਚੰਨ ਲੱਗ ਗਏ। ਹੋਰ ਖੁਸ਼ੀ ਡੋਲੀ ਤੋਰ ਕੇ ਲక్ష్ਮੀ ਆਪਣੇ ਘਰ ਪਹੁੰਚ ਗਈ ਅਤੇ ਸੁੱਖ ਦਾ ਜੀਵਨ ਬਤੀਤ ਕਰਨ ਲੱਗੀ। ਕੁਝ ਸਮਾਂ ਪੈਣ ਤੋਂ ਬਾਅਦ ਫੌਜੀ ਦੇ ਛੋਟੇ ਭਰਾ ਲਖਵੀਰ ਦੇ ਵਿਆਹ ਦੀ ਤਿਆਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਲਖਵੀਰ ਵੈਸੇ ਜੁੱਸੇ ਤੋਂ ਬੜਾ ਤਕੜਾ ਸੀ ਅਤੇ ਫੌਜ ਵਿੱਚ ਭਰਤੀ ਹੋਣ ਦੇ ਕਾਬਲ ਸੀ, ਪਰ ਕੁਝ ਕਾਰਨਾਂ ਕਰਕੇ ਉਹ ਫੌਜ ਵਿੱਚ ਭਰਤੀ ਨਾ ਹੋ ਸਕਿਆ ਅਤੇ ਘਰ ਦੀ ਸਾਂਝੀ ਜ਼ਮੀਨ ਦੀ ਵਾਹੀ ਕਰਨ ਲੱਗ ਪਿਆ। ਉਸ ਨੇ ਖੇਤਾਂ ਵਿੱਚ ਹੀ ਆਪਣਾ ਕਮਰਾ ਬਣਾ ਲਿਆ ਸੀ ਅਤੇ ਟਿਊਬਵੈੱਲ ਤੇ ਹੀ ਰਹਿ ਕੇ ਖੇਤੀਬਾੜੀ ਦਾ ਤਨਦੇਹੀ ਦੇ ਨਾਲ ਕੰਮ ਕਰਨ ਲੱਗ ਪਿਆ। ਫਿਰ ਕੁਝ ਚਿਰਾਂ ਬਾਅਦ ਉਸ ਦੇ ਫੌਜੀ ਦੇ ਰਿਸ਼ਤੇਦਾਰ ਵੀ ਤਕੜੇ ਹੋਣ ਕਰਕੇ ਉਸ ਨੂੰ ਮੱਤਾਂ ਦੇਣ ਲੱਗੇ ਕਿ ਸਮਾਜ ਬਾਰੇ ਕੁਝ ਆਪਣਾ ਪੱਧਰ ਉੱਚਾ ਕਰਨ ਲਈ ਕਹਿਣ ਲੱਗੇ। ਹੌਲੀ-ਹੌਲੀ ਫੌਜੀ ਦੀ ਕਮਾਈ ਉਸ ਦੀ ਤੀਵੀਂ ਦੇ ਅਕਾਊਂਟ ਵਿੱਚ ਆਉਣ ਲੱਗ ਪਈ। ਇਹ ਵੇਖ ਕੇ ਉਸ ਦਾ ਪਿਤਾ ਬਹੁਤ ਹੈਰਾਨ ਹੋਇਆ ਪਰ ਉਸ ਨੇ ਕੋਈ ਵੀ ਗੱਲਬਾਤ ਨਾ ਕੀਤੀ। ਤੇ ਸਾਰਾ ਦਿਨ ਹੀ ਲਖਵੀਰ ਖੇਤਾਂ ਵਿੱਚ ਟੁੱਟ ਮਰਦਾ ਅਤੇ ਬੜੀ ਮਿਹਨਤ ਕਰਦਾ। ਇੱਕ ਦਿਨ ਅਚਾਨਕ ਫੌਜੀ ਅਤੇ ਉਸ ਦੀ ਪਤਨੀ ਪਿੰਡ ਆਏ।
ਆਇਆਂ ਦਾ ਜੀ ਆਇਆਂ ਕੀਤਾ ਅਤੇ ਸਾਰਿਆਂ ਨੂੰ ਹੀ ਚਾਅ ਚੜ੍ਹ ਗਿਆ। ਕਹਿਣ ਲੱਗੇ ਕਿ ਕੁਝ ਦਿਨ ਇੱਥੇ ਰਹੋਗੇ। ਫੌਜੀ ਨੇ ਸਾਹ ਵਿੱਚ ਸਿਰ ਹਿਲਾਇਆ ਅਤੇ ਜਦ ਰਾਤ ਨੂੰ ਖਾਣਾ ਖਾਣ ਲੱਗੇ ਤਾਂ ਫੌਜੀ ਨੇ ਆਪਣੀ ਤੀਵੀਂ ਵੱਲ ਵੇਖਿਆ ਤਾਂ ਉਸਨੇ ਇਸ਼ਾਰਾ ਕੀਤਾ ਕਿ ਹੁਣ ਸਾਰੇ ਇਕੱਠੇ ਬੈਠੇ ਹਨ, ਤੁਸੀਂ ਗੱਲ ਤੋਰੋ। ਪਰ ਫੌਜੀ ਆਪਣੇ ਮਾਂ-ਬਾਪ ਦਾ ਆਗਿਆਕਾਰੀ ਪੁੱਤਰ ਸੀ। ਉਸ ਨੇ ਗੱਲ ਕਰਨੀ ਮੁਨਾਸਬ ਨਾ ਸਮਝੀ ਤਾਂ ਫੌਜਣ ਨੇ ਕਿਹਾ, ਪਿਤਾ ਜੀ ਇਹ ਕੁਝ ਗੱਲ ਕਰਨ ਲਈ ਚਾਹੁੰਦੇ ਹਨ। ਤਾਂ ਉਸ ਦੇ ਪਿਤਾ ਨੇ ਝੱਟ ਕਿਹਾ, ਪੁੱਤਰ ਉਹ ਕਿਹੜੀ ਗੱਲ ਹੈ, ਤੂੰ ਚੁੱਪ ਕਿਉਂ ਹੈ? ਉਸ ਦੀ ਚੁੱਪ ਨੂੰ ਤੋੜਦੇ ਹੋਏ ਉਸ ਨੇ ਗੱਲ ਦੱਸਣ ਨੂੰ ਕਿਹਾ। ਫੌਜੀ ਨੇ ਡਰਦੇ ਹੋਏ ਕਿਹਾ, ਬਾਪੂ ਜੀ ਗੱਲ ਕੀ ਕਰਨੀ ਹੈ? ਇਹ ਤਾਂ ਅਸੀਂ ਸੋਚਿਆ ਹੈ ਕਿ ਪੁਰਾਣੇ ਮਕਾਨ ਨੂੰ ਢਾਹ ਕੇ ਨਵੇਂ ਜ਼ਮਾਨੇ ਦਾ ਬਣਾ ਲਈਏ। ਸਾਨੂੰ ਬੜੀ ਖੁਸ਼ੀ ਹੋਵੇਗੀ ਪੁੱਤਰਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ। ਉਸ ਨੇ ਕਿਹਾ, ਸਾਡੀ ਛੁੱਟੀ ਬਹੁਤ ਥੋੜ੍ਹੀ ਹੈ, ਇਸ ਲਈ ਮਕਾਨ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਕਰਨਾ ਪੈਣਾ ਹੈ ਸ਼ੁਰੂ। ਸਵੇਰੇ ਮਿਸਤਰੀ ਬੁਲਾ ਕੇ ਕੰਮ ਸ਼ੁਰੂ ਕਰ ਦਿੱਤਾ। ਮਕਾਨ ਦੀ ਉਸਾਰੀ ਸ਼ੁਰੂ ਹੋਈ। 1.5-2 ਮਹੀਨੇ ਦੇ ਵਿੱਚ ਆਲੀਸ਼ਾਨ ਕੋਠੀ ਬਣ ਕੇ ਤਿਆਰ ਹੋ ਗਈ। ਫੌਜੀ ਦੇ ਘਰਵਾਲੀ ਨੇ ਸਾਰੇ ਕਮਰੇ ਨਛੱਤਰ ਸਿੰਘ ਅਤੇ ਨੰਜੋ ਨੂੰ ਵਿਖਾ ਰਹੀ ਸੀ ਤਾਂ ਨਛੱਤਰ ਵਿੱਚੇ ਹੀ ਬੋਲ ਪਿਆ, ਪੁੱਤਰਾ ਸਾਡਾ ਕਮਰਾ ਅਤੇ ਲਖਵੀਰ ਦਾ ਕਮਰਾ ਇੱਥੇ ਕਿਹੜਾ ਹੈ? ਤੇ ਫੌਜਣ ਨੇ ਜਵਾਬ ਦਿੱਤਾ, ਪਿਤਾ ਜੀ ਲਖਵੀਰ ਭਾਜੀ ਤਾਂ ਮੋਟਰ ਤੇ ਹੀ ਰਹਿੰਦੇ ਹਨ, ਹੁਣ ਤੁਸੀਂ ਵੀ ਉਹਨਾਂ ਦੇ ਕੋਲ ਹੀ ਚਲੇ ਜਾਵੋ, ਨਾਲੇ ਖੇਤੀਬਾੜੀ ਦਾ ਸਾਰਾ ਕੰਮ ਵੇਖਿਆ ਜਾਵੇਗਾ ਅਤੇ ਜ਼ਮੀਨ ਵੀ ਸਾਂਭੀ ਜਾਵੇਗੀ। ਨਛੱਤਰ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਨੰਜੋ ਨੂੰ ਕਲਾਵੇ ਵਿੱਚ ਲੈ ਕੇ ਕਹਿਣ ਲੱਗਾ, ਨੰਜੋ ਇਹ ਮਕਾਨ ਦੀ ਉਸਾਰੀ ਨਹੀਂ ਸੀ, ਇਹ ਤਾਂ ਆਪਣੇ ਘਰ ਚੋਂ ਕੱਢਣ ਦੀ ਹੀ ਇੱਕ ਸੋਚੀ ਸਮਝੀ ਤਰਤੀਬ ਸੀ। ਧੰਨਵਾਦ। ਜੇ ਕਹਾਣੀ ਅੱਗੇ ਲੱਗੀ ਜ਼ਰੂਰ ਇਸ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ। ਧੰਨਵਾਦ।